ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਸਿਰਫ ਗ੍ਰਾਮਰ ਦੇ ਨਿਯਮਾਂ ਨੂੰ ਰੱਟਾ ਨਹੀਂ ਲਾਵਾਂਗੇ, ਸਗੋਂ ਇਮਤਿਹਾਨਾਂ ਵਿੱਚ ਕਾਮਯਾਬ ਹੋਣ ਲਈ ਅੰਗਰੇਜ਼ੀ ਦੇ ਵਾਕਾਂ ਦਾ ਪੂਰਾ DNA ਹੀ ਸਮਝਾਂਗੇ। ਮਕਸਦ ਇਹ ਹੈ ਕਿ ਹਰ ਵਾਕ ਦਾ ਢਾਂਚਾ ਬਿਲਕੁਲ ਸਾਫ਼ ਹੋ ਜਾਵੇ। ਅਕਸਰ ਇਮਤਿਹਾਨ ਵਿੱਚ ਇਦਾਂ ਹੁੰਦਾ ਹੈ ਨਾ ਕਿ ਲੰਬੇ ਵਾਕਾਂ ਵਿੱਚ ਗਲਤੀ ਲੱਭਣੀ ਬੜੀ ਔਖੀ ਲੱਗਦੀ ਹੈ। ਜੀ ਹਾਂ, ਤਾਂ ਇਹ ਕੋਈ ਨਵੀਂ ਗੱਲ ਨਹੀਂ। ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹੀ ਮੁਸ਼ਕਿਲ ਆਉਂਦੀ ਹੈ। ਤਾਂ ਚਲੋ ਗ੍ਰਾਮਰ ਨੂੰ ਇੱਕ ਜੈਨੇਟਿਕ ਕੋਡ ਵਾਂਗ ਦੇਖਦੇ ਹਾਂ। ਜਿਵੇਂ DNA ਇੱਕ ਸਰੀਰ ਨੂੰ ਬਣਾਉਂਦਾ ਹੈ, ਉਵੇਂ ਹੀ ਗ੍ਰਾਮਰ ਇੱਕ ਵਾਕ ਨੂੰ ਬਣਾਉਂਦੀ ਹੈ। ਜੇ ਆਪਾਂ ਇਸ ਕੋਡ ਨੂੰ ਤੋੜਨਾ ਸਿੱਖ ਗਏ ਤਾਂ ਕੋਈ ਵੀ ਵਾਕ ਇੱਕ ਪੁਜਾਰਤ ਨਹੀਂ ਰਹੇਗਾ। ਠੀਕ ਹੈ, ਤਾਂ ਸ਼ੁਰੂਆਤ ਕਰਦੇ ਹਾਂ। ਸਾਡਾ ਸਭ ਤੋਂ ਪਹਿਲਾ ਕੰਮ ਹੈ ਪਾਰਟਸ ਆਫ ਸਪੀਚ ਨੂੰ ਸਮਝਣਾ। ਇਹ ਕਿਸੇ ਵੀ ਵਾਕ ਦੇ ਉਹ ਬੁਨਿਆਦੀ ਹਿੱਸੇ ਨੇ। ਤੁਸੀਂ ਕਹਿ ਸਕਦੇ ਹੋ ਕਿ ਵਾਕ ਦੇ ਜੀਨ ਨੇ। ਨਾਉਨ ਯਾਨੀ ਨਾਉ, ਇਹ ਤਾਂ ਸਭ ਨੂੰ ਪਤਾ ਹੀ ਹੈ, ਕਿਸੇ ਵਿਅਕਤੀ, ਥਾਂ ਜਾਂ ਚੀਜ਼ ਦਾ ਨਾਂ। ਪਰ ਇਮਤਿਹਾਨ ਲਈ ਸਭ ਤੋਂ ਜ਼ਰੂਰੀ ਹੁੰਦੇ ਨੇ ਵਿਚਾਰਵਾਚਕ ਨਾਉ, ਜਿਵੇਂ ਓਨੈਸਟੀ ਜਾਂ ਫਰੀडम, ਕਿਉਂਕਿ ਵੱਡੇ ਪੈਰੇ ਦਾ ਜੋ ਮੁੱਖ ਭਾਵ ਹੁੰਦਾ ਹੈ ਉਹ ਅਕਸਰ ਇਹਨਾਂ ਸ਼ਬਦਾਂ ਤੇ ਹੀ ਟਿਕਿਆ ਹੁੰਦਾ ਹੈ। ਹੁਣ ਆਉਂਦੀ ਹੈ ਕੰਮ ਦੀ ਗੱਲ। ਇਮਤਿਹਾਨ ਲਈ ਇੱਕ ਖਾਸ ਟ੍ਰਿਕ, ਨਾਂਵ ਨੂੰ ਪਛਾਣਨਾ ਕਿਵੇਂ ਹੈ। ਜੇ ਕਿਸੇ ਸ਼ਬਦ ਤੋਂ ਪਹਿਲਾਂ ਏ, ਐਨ ਜਾਂ ਦ ਲੱਗਾ ਹੋਵੇ ਜਾਂ ਫਿਰ ਉਹ ਸ਼ਬਦ ਵਾਕ ਦਾ ਸਬਜੈਕਟ ਹੋਵੇ ਤਾਂ ਸਮਝੋ 99% ਉਹ ਨਾਮ ਹੀ ਹੈ। ਠਹਿਰੋ, ਵੀਡੀਓ ਤਾਂ ਤੁਸੀਂ ਪੂਰੀ ਦੇਖ ਲਵੋਗੇ, ਪਰ ਬਿਨਾਂ ਨੋਟਸ ਤੋਂ ਇਹ ਸਾਰੇ ਟੌਪਿਕਸ ਦਿਮਾਗ ਵਿੱਚੋਂ ਨਿਕਲ ਜਾਣਗੇ। ਇਸ ਲਈ ਵਾਈਜੀ ਕੋਚਿੰਗ ਦੇ ਬਿਹਤਰੀਨ ਨੋਟਸ ਅਤੇ ਟੈਸਟ ਸੀਰੀਜ਼ ਖਰੀਦਣ ਲਈ ਹੁਣੇ 9653816752 ਤੇ ਕਾਲ ਜਾਂ WhatsApp ਕਰੋ ਜੀ। ਜਿਵੇਂ ਦ ਗਰੋਥ ਆਫ ਅ ਨੇਸ਼ਨ ਵਿੱਚ ਗਰੋਥ ਇੱਕ ਨਾਮ ਹੈ। ਐਡਜੈਕਟਿਵ ਯਾਨੀ ਵਿਸ਼ੇਸ਼ਣ ਉਹ ਸ਼ਬਦ ਹੈ ਜੋ ਨਾਂਵ ਦੀ ਖਾਸੀਅਤ ਦੱਸਦਾ ਹੈ। ਇਸ ਨੂੰ ਪਛਾਣਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਇਹ ਆਮ ਤੌਰ ਤੇ ਉਸ ਨਾਂਵ ਤੋਂ ਠੀਕ ਪਹਿਲਾਂ ਆਉਂਦਾ ਹੈ ਜਿਸ ਬਾਰੇ ਇਹ ਦੱਸ ਰਿਹਾ ਹੁੰਦਾ ਹੈ। ਕਈ ਵਾਰ ਸ਼ਬਦਾਂ ਦੇ ਅਖੀਰ ਵਿੱਚ ਲੱਗੇ ਫੁੱਲ, ਓਵਸ ਅਤੇ ਏਬਲ ਵੀ ਇਸ ਦੇ ਪੱਕੇ ਸੰਕੇਤ ਹੁੰਦੇ ਨੇ। ਵਰਬ ਯਾਨੀ ਕਿਰਿਆ ਵਾਕ ਦਾ ਇੰਜਨ ਹੁੰਦੀ ਹੈ। ਮੇਨ ਵਰਬਸ ਅਸਲ ਕੰਮ ਨੂੰ ਦਰਸਾਉਂਦੇ ਨੇ, ਜਿਵੇਂ ਈਟ ਜਾਂ ਪਲੇ। ਪਰ ਜਿਹੜੇ ਹੈਲਪਿੰਗ ਵਰਬਸ ਨੇ, ਜਿਵੇਂ ਇਜ਼, ਹੈਜ਼, ਵਿਲ, ਉਹ ਦੱਸਦੇ ਨੇ ਕਿ ਕੰਮ ਹੋ ਕਿਸ ਸਮੇਂ ਵਿੱਚ ਰਿਹਾ ਹੈ। ਟੈਂਸ ਨੂੰ ਸਮਝਣ ਦੀ ਚਾਬੀ ਇਹੀ ਨੇ। ਇੱਥੇ ਜ਼ਰਾ ਧਿਆਨ ਦੇਣਾ ਹੈ, ਇਹ ਇੱਕ ਬਹੁਤ ਆਮ ਜਾਲ ਹੈ ਜਿੱਥੇ ਵਿਦਿਆਰਥੀ ਅਕਸਰ ਫਸਦੇ ਨੇ। ਹੀ ਵਰਕਸ ਹਾਰਡ ਦਾ ਮਤਲਬ ਹੈ ਉਹ ਸਖਤ ਮਿਹਨਤ ਕਰਦਾ ਹੈ, ਪਰ ਜੇ ਆਪਾਂ ਸਿਰਫ ਇੱਕ ly ਜੋੜ ਦਈਏ ਤਾਂ ਹੀ ਹਾਰਡਲੀ ਵਰਕਸ ਦਾ ਮਤਲਬ ਬਣ ਜਾਂਦਾ ਹੈ ਉਹ ਕੰਮ ਕਰਦਾ ਹੀ ਨਹੀਂ, ਨਾ ਦੇ ਬਰਾਬਰ। ਦੇਖਿਆ, ਇੱਕ ਛੋਟੇ ਜਿਹੇ ਬਦਲਾਅ ਨਾਲ ਪੂਰਾ ਮਤਲਬ ਹੀ ਕਿਵੇਂ ਉਲਟ ਗਿਆ। ਬਿਟਵੀਨ ਤੇ ਅਮੰਗ ਵਿੱਚ ਕੀ ਫਰਕ ਹੈ? ਬਿਟਵੀਨ ਉਦੋਂ ਵਰਤਿਆ ਜਾਂਦਾ ਹੈ ਜਦੋਂ ਗੱਲ ਦੋ ਲੋਕਾਂ ਦੀ ਹੋਵੇ ਜਾਂ ਇੱਕ ਅਜਿਹੇ ਗਰੁੱਪ ਦੀ ਜਿਸ ਦੇ ਮੈਂਬਰ ਸਾਨੂੰ ਪੱਕਾ ਪਤਾ ਹੋਣ, ਤੇ ਅਮੰਗ ਉਦੋਂ ਵਰਤਿਆ ਜਾਂਦਾ ਹੈ ਜਦੋਂ ਗੱਲ ਦੋ ਤੋਂ ਵੱਧ ਲੋਕਾਂ ਦੇ ਇੱਕ ਅਣਜਾਣ ਜਿਹੇ ਗਰੁੱਪ ਦੀ ਹੋਵੇ। ਅਸਲ ਫਰਕ ਪੱਕੇ ਤੇ ਕੱਚੇ ਗਰੁੱਪ ਦਾ ਹੈ। ਇਨ ਅਤੇ ਇਨਟੂ ਵਿਚਲਾ ਫਰਕ ਸਿਰਫ ਸਥਿਤੀ ਬਨਾਮ ਗਤੀ ਦਾ ਹੈ। ਇਨ ਇੱਕ ਥਾਂ ਤੇ ਟਿਕੀ ਹੋਈ ਇੱਕ ਸਥਿਰ ਅਵਸਥਾ ਨੂੰ ਦੱਸਦਾ ਹੈ, ਜਿਵੇਂ ਦ ਪੈਨ ਇਜ਼ ਇਨ ਦ ਬਾਕਸ, ਜਦੋਂ ਕਿ ਇਨਟੂ ਬਾਹਰੋਂ ਅੰਦਰ ਵੱਲ ਹੋਣ ਵਾਲੀ ਹਰਕਤ ਨੂੰ ਦੱਸਦਾ ਹੈ, ਜਿਵੇਂ ਹੀ ਜੰਪਡ ਇਨਟੂ ਦ ਰਿਵਰ। ਠੀਕ ਹੈ, ਤਾਂ ਆਪਾਂ ਵਾਕ ਦੇ ਸਾਰੇ ਪੁਰਜ਼ੇ ਯਾਨੀ ਪਾਰਟਸ ਆਫ ਸਪੀਚ ਸਮਝ ਲਏ ਨੇ। ਹੁਣ ਦੇਖਦੇ ਹਾਂ ਕਿ ਇਹ ਪੁਰਜ਼ੇ ਸਹੀ ਤਰੀਕੇ ਨਾਲ ਜੁੜਦੇ ਕਿਵੇਂ ਨੇ। ਇੱਥੋਂ ਹੀ ਅਸਲੀ ਖੇਡ ਸ਼ੁਰੂ ਹੁੰਦੀ ਹੈ ਸਬਜੈਕਟ ਵਰਬ ਐਗਰੀਮੈਂਟ ਦੀ, ਜੋ ਕਿ ਗਲਤੀ ਲੱਭਣ ਵਾਲੇ ਸਵਾਲਾਂ ਦਾ ਸਭ ਤੋਂ ਪਸੰਦੀਦਾ ਹਿੱਸਾ ਹੈ। ਇਹ ਇੱਕ ਬਹੁਤ ਵੱਡਾ ਭੁਲੇਖਾ ਹੈ। ਵਨ ਆਫ ਦ ਬॉयਜ਼ ਵਿੱਚ ਸਾਨੂੰ ਲੱਗਦਾ ਹੈ ਕਿ ਸਬਜੈਕਟ ਤਾਂ ਬॉयਜ਼ ਹੈ, ਪਰ ਅਸਲ ਵਿੱਚ ਸਬਜੈਕਟ ਬॉयਜ਼ ਨਹੀਂ, ਵਨ ਹੈ। ਆਪਾਂ ਬਹੁਤ ਸਾਰੇ ਮੁੰਡਿਆਂ ਵਿੱਚੋਂ ਗਰਲ ਸਿਰਫ ਇੱਕ ਦੀ ਕਰ ਰਹੇ ਹਾਂ, ਇਸ ਲਈ ਵਰਬ ਹੀ ਸਿੰਗੂਲਰ ਯਾਨੀ ਇਜ਼ ਲੱਗੇਗਾ, ਆਰ ਨਹੀਂ। ਕਲੈਕਟਿਵ ਨਾਊਨਸ ਜਿਵੇਂ ਜਿਊਰੀ ਜਾਂ ਕਮੇਟੀ ਨਾਲ ਕੀ ਕਰੀਏ? ਜੇ ਪੂਰਾ ਸਮੂਹ ਇੱਕ ਟੀਮ ਵਾਂਗ ਇੱਕ ਇਕਾਈ ਵਾਂਗ ਕੰਮ ਕਰ ਰਿਹਾ ਹੈ ਤਾਂ ਸਿੰਗੂਲਰ ਵਰਬ ਵਰਤੋ, ਜਿਵੇਂ ਦ ਜਿਊਰੀ ਹੈਜ਼। ਪਰ ਜੇ ਸਮੂਹ ਦੇ ਮੈਂਬਰਾਂ ਵਿੱਚ ਫੁੱਟ ਪੈ ਗਈ ਹੈ ਤੇ ਉਹ ਵੱਖ-ਵੱਖ ਵਿਚਾਰ ਰੱਖ ਰਹੇ ਹਨ ਤਾਂ ਪਲੂਰਲ ਵਰਬ ਵਰਤੋ, ਜਿਵੇਂ ਦ ਕਮੇਟੀ ਆਰ। ਨੀਦਰ, ਨੌਰ ਅਤੇ ਈਦਰ ਔਰ ਲਈ ਨੇੜਤਾ ਦਾ ਨਿਯਮ ਲਾਗੂ ਹੁੰਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਵਰਬ ਹਮੇਸ਼ਾ ਆਪਣੇ ਸਭ ਤੋਂ ਨੇੜੇ ਵਾਲੇ ਸਬਜੈਕਟ ਦੇ ਹਿਸਾਬ ਨਾਲ ਚੱਲਦਾ ਹੈ। ਇਸ ਉਦਾਹਰਣ ਵਿੱਚ ਆਰ ਆਪਣੇ ਨੇੜਲੇ ਸਬਜੈਕਟ ਸਟੂਡੈਂਟਸ ਦੇ ਮੁਤਾਬਿਕ ਹੈ, ਜੋ ਕਿ ਪਲੂਰਲ ਹੈ। ਚਲੋ ਅਗਲੇ ਪੜਾਵ ਤੇ ਚੱਲਦੇ ਹਾਂ। ਹੁਣ ਤੱਕ ਆਪਾਂ ਸ਼ਬਦਾਂ ਨੂੰ ਜੋੜਨਾ ਸਿੱਖ ਲਿਆ, ਹੁਣ ਇਹਨਾਂ ਨੂੰ ਸਮੇਂ ਵਿੱਚ ਰੱਖਾਂਗੇ। ਟੈਂਸਸ ਯਾਨੀ ਕਾਲ ਉਹ ਤਰੀਕਾ ਹੈ ਜੋ ਵਾਕ ਦੇ ਮਤਲਬ ਨੂੰ ਇੱਕ ਟਾਈਮਲਾਈਨ ਤੇ ਫਿੱਟ ਕਰਦਾ ਹੈ ਤੇ ਕਿਸੇ ਵੀ ਪੈਰੇ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ। ਪ੍ਰੈਜ਼ੈਂਟ ਪਰਫੈਕਟ ਅਤੇ ਸਿੰਪਲ ਪਾਸਟ ਵਿੱਚ ਮੁੱਖ ਫਰਕ ਹੈ ਅੱਜ ਦੇ ਸਮੇਂ ਨਾਲ ਸੰਬੰਧ। ਜੇ ਮੈਂ ਕਹਾਂ ਆਈ ਹੈਵ ਲੌਸਟ ਮਾਈ ਕੀ ਤਾਂ ਮਤਲਬ ਹੈ ਕਿ ਚਾਬੀ ਗੁਆਚ ਗਈ ਹੈ।
ਅਤੇ ਹਾਲੇ ਵੀ ਗੁਆਚੀ ਹੋਈ ਹੈ। ਅਸਰ ਹੁਣ ਵੀ ਮੌਜੂਦ ਹੈ। ਜਦਕਿ ਆਈ ਲੌਸਟ ਮਾਈ ਕੀ ਯੈਸਟਰਡੇ ਦਾ ਮਤਲਬ ਹੈ ਕਿ ਕੰਮ ਕੱਲ ਹੀ ਖਤਮ ਹੋ ਗਿਆ ਤੇ ਉਸ ਦਾ ਅੱਜ ਨਾਲ ਕੋਈ ਸਿੱਧਾ ਲੈਣਾ ਦੇਣਾ ਨਹੀਂ। ਪਾਸਟ ਪਰਫੈਕਟ ਟੈਂਸ ਯਾਨੀ had plus V3 ਦਾ ਇੱਕੋ ਹੀ ਖਾਸ ਕੰਮ ਹੈ, ਇਹ ਦੱਸਣਾ ਕਿ ਭੂਤਕਾਲ ਵਿੱਚ ਹੋਏ ਦੋ ਕੰਮਾਂ ਵਿੱਚੋਂ ਕਿਹੜਾ ਕੰਮ ਪਹਿਲਾਂ ਹੋਇਆ। ਜਿਵੇਂ ਇੱਥੇ ਟ੍ਰੇਨ ਪਹਿਲਾਂ ਹੀ ਜਾ ਚੁੱਕੀ ਸੀ, ਇਸ ਲਈ ਉਸ ਨਾਲ ਪਾਸਟ ਪਰਫੈਕਟ ਲੱਗਾ, ਜਦਕਿ ਮੈਂ ਬਾਅਦ ਵਿੱਚ ਸਟੇਸ਼ਨ ਪਹੁੰਚਿਆ। ਲਓ ਜੀ, ਤਾਂ ਇਸ ਤਰ੍ਹਾਂ ਅਸੀਂ ਮਿਲ ਕੇ ਇੱਕ ਵਾਕ ਦੇ ਪੂਰੇ DNA ਨੂੰ ਖੋਲ ਕੇ ਰੱਖ ਦਿੱਤਾ ਹੈ। ਅਸੀਂ ਸਿਰਫ ਨਿਯਮ ਨਹੀਂ ਸਿੱਖੇ, ਸਗੋਂ ਇਹਨਾਂ ਪਿੱਛੇ ਦਾ ਤਰਕ ਵੀ ਸਮਝਿਆ ਹੈ। ਆਓ ਇੱਕ ਵਾਰ ਮੁੱਖ ਗੱਲਾਂ ਦੁਹਰਾ ਲਈਏ। ਪਾਰਟਸ ਆਫ ਸਪੀਚ ਨੂੰ ਪਹਿਚਾਣੋ, ਵਰਬ ਨੂੰ ਹਮੇਸ਼ਾ ਅਸਲੀ ਸਬਜੈਕਟ ਨਾਲ ਮਿਲਾਓ, ਟੈਂਸਸ ਦੀ ਵਰਤੋਂ ਕਰਕੇ ਸਮੇਂ ਨੂੰ ਸਹੀ ਢੰਗ ਨਾਲ ਦੱਸੋ ਅਤੇ ਇਮਤਿਹਾਨ ਵਿੱਚ ਆਉਣ ਵਾਲੇ ਆਮ ਜਾਲਾਂ ਤੋਂ ਬਚ ਕੇ ਰਹੋ। ਇਹ ਹੈ ਤੁਹਾਡੀ ਗ੍ਰਾਮਰ ਟੂਲ ਕਿਟ। ਹੁਣ ਜਦੋਂ ਵਾਕ ਦਾ DNA ਸਾਡੇ ਹੱਥ ਵਿੱਚ ਹੈ ਤਾਂ ਸਵਾਲ ਇਹ ਹੈ ਕਿ ਇਸ ਨਾਲ ਅਗਲਾ ਕਿਹੜਾ ਵਾਕ ਬਣਾਇਆ ਜਾਵੇਗਾ। ਯਾਦ ਰੱਖਣਾ, ਗ੍ਰਾਮਰ ਸਿਰਫ ਨਿਯਮਾਂ ਦਾ ਸੈੱਟ ਨਹੀਂ ਹੈ, ਇਹ ਆਪਣੇ ਵਿਚਾਰਾਂ ਨੂੰ ਦੁਨੀਆ ਸਾਹਮਣੇ ਪੂਰੀ ਸਪਸ਼ਟਤਾ ਨਾਲ ਰੱਖਣ ਦੀ ਤਾਕਤ ਹੈ। ਅੱਜ ਨਾ ਸਾਡੇ ਹੱਥ ਇੱਕ ਬਹੁਤ ਹੀ ਖਾਸ ਚੀਜ਼ ਲੱਗੀ ਹੈ। ਕਹਿੰਦੇ ਨੇ ਕਿ ਇਹ ਇੱਕ ਟੌਪਰ ਦੇ ਆਪਣੇ ਹੱਥਾਂ ਨਾਲ ਬਣਾਏ ਹੋਏ ਰਿਵੀਜ਼ਨ ਨੋਟਸ ਨੇ, ਖਾਸ ਕਰਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ। ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਮੰਨਿਆ ਜਾਂਦਾ ਹੈ ਕਿ ਇਹਨਾਂ ਨੋਟਸ ਵਿੱਚ ਹੀ ਗ੍ਰਾਮਰ ਤੇ ਪੂਰੀ ਪਕੜ ਬਣਾਉਣ ਦਾ ਅਸਲੀ ਰਾਜ਼, ਉਹ ਕੁੰਜੀ ਛੁਪੀ ਹੋਈ ਹੈ। ਤਾਂ ਸਵਾਲ ਇਹ ਹੈ ਕਿ ਆਖਿਰ ਇਹੋ ਜਿਹਾ ਕੀ ਖਾਸ ਹੈ ਇਹਨਾਂ ਵਿੱਚ, ਕਿਹੜੇ ਰਾਜ਼ ਛੁਪੇ ਨੇ? ਚਲੋ ਅੱਜ ਆਪਾਂ ਮਿਲ ਕੇ ਇਹਨਾਂ ਨੋਟਸ ਨੂੰ ਖੋਲਦੇ ਹਾਂ, ਇਹਨਾਂ ਨੂੰ ਡੀਕੋਡ ਕਰਦੇ ਹਾਂ। ਆਪਾਂ ਸਿਰਫ ਨਿਯਮ ਨਹੀਂ ਪੜ੍ਹਨੇ, ਬਲਕਿ ਉਹਨਾਂ ਪਿੱਛੇ ਛੁਪੇ ਤਰਕ ਨੂੰ ਸਮਝਣਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਟੌਪਰ ਰਿਵੀਜ਼ਨ ਕਰਦੇ ਹੋਏ ਸੋਚਦਾ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾ ਰਾਜ਼ ਇਹ ਹੈ ਭਾਸ਼ਾ ਦੀ ਅਸਲ ਤਾਕਤ ਬਾਰੇ। ਆਪਾਂ ਗੱਲ ਕਰਾਂਗੇ ਅਲੰਕਾਰ ਦੀ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਫਿਗਰਸ ਆਫ ਸਪੀਚ। ਹੁਣ ਦੇਖੋ, ਇਹ ਸਿਰਫ ਕਵਿਤਾਵਾਂ ਲਈ ਨਹੀਂ ਹੁੰਦੇ। ਇਮਤਿਹਾਨ ਵਿੱਚ ਜਦੋਂ ਲੇਖਕ ਦੇ ਲਿਖੇ ਦਾ ਡੂੰਘਾ ਮਤਲਬ ਸਮਝਣਾ ਪੈਂਦਾ ਹੈ ਨਾ, ਉੱਥੇ ਬਹੁਤ ਕੰਮ ਆਉਂਦੇ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਪਮਾ ਅਲੰਕਾਰ ਦੀ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਸਿਮਿਲੀ। ਇਹ ਬਹੁਤ ਸਿੱਧਾ ਸਾਦਾ ਹੈ, ਇੱਕ ਸਿੱਧੀ ਤੁਲਨਾ। ਇਸ ਨੂੰ ਪਛਾਣਨਾ ਤਾਂ ਸਭ ਤੋਂ ਸੌਖਾ ਹੈ। ਜਿੱਥੇ ਵੀ ਵਾਕ ਵਿੱਚ ਲਾਈਕ ਜਾਂ ਐਜ਼ ਸ਼ਬਦ ਦਿਖ ਜਾਣ, ਸਮਝੋ ਉੱਥੇ ਸਿਮਿਲੀ ਹੈ। ਜਿਵੇਂ ਉਦਾਹਰਣ ਦੇਖੋ, ਹੀ ਫੌਟ ਲਾਈਕ ਅ ਲਾਇਨ। ਇੱਥੇ ਇੱਕ ਇਨਸਾਨ ਦੀ ਲੜਾਈ ਦੀ ਤੁਲਨਾ ਸਿੱਧੀ ਸ਼ੇਰ ਨਾਲ ਕੀਤੀ ਗਈ ਹੈ ਤੇ ਲਾਈਕ ਸ਼ਬਦ ਨੇ ਇਸ ਤੁਲਨਾ ਨੂੰ ਬਿਲਕੁਲ ਸਾਫ਼ ਕਰ ਦਿੱਤਾ। ਅੱਛਾ, ਹੁਣ ਇਸ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਅਲੰਕਾਰ ਹੈ, ਰੂਪਕ ਅਲੰਕਾਰ, ਯਾਨੀ ਕਿ ਮੈਟਾਫੋਰ। ਹੁਣ ਇਹ ਵੀ ਇੱਕ ਤੁਲਨਾ ਹੀ ਹੈ, ਪਰ ਇਹ ਥੋੜੀ ਲੁਕਵੀ ਹੈ, ਅਸਿੱਧੀ। ਇਸ ਵਿੱਚ ਲਾਈਕ ਜਾਂ ਐਜ਼ ਵਰਗੇ ਸ਼ਬਦ ਨਹੀਂ ਵਰਤੇ ਜਾਂਦੇ, ਸਗੋਂ ਇੱਕ ਚੀਜ਼ ਨੂੰ ਦੂਜੀ ਚੀਜ਼ ਦਾ ਰੂਪ ਹੀ ਦੇ ਦਿੱਤਾ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਉਹ ਚੀਜ਼ ਉਹੀ ਹੈ। ਹੁਣ ਦੋਵਾਂ ਦਾ ਅਸਰ ਦੇਖੋ, ਕਿੰਨਾ ਫਰਕ ਹੈ। ਸਿਮਿਲੀ ਵਿੱਚ ਅਸੀਂ ਕਹਿੰਦੇ ਹਾਂ ਹੀ ਫੌਟ ਲਾਈਕ ਅ ਲਾਇਨ, ਮਤਲਬ ਉਹ ਸ਼ੇਰ ਵਰਗਾ ਲੜਿਆ। ਇਹ ਇੱਕ ਸਾਫ਼ ਤੁਲਨਾ ਹੈ। ਪਰ ਮੈਟਾਫੋਰ ਵਿੱਚ ਅਸੀਂ ਕਹਿੰਦੇ ਹਾਂ ਹੀ ਇਜ਼ ਅ ਲਾਇਨ ਇਨ ਦ ਫਾਈਟ, ਯਾਨੀ ਕਿ ਉਹ ਲੜਾਈ ਵਿੱਚ ਸ਼ੇਰ ਹੀ ਹੈ। ਦੇਖਿਆ, ਇਹ ਸਿਰਫ ਤੁਲਨਾ ਨਹੀਂ ਰਹੀ, ਇਹ ਤਾਂ ਇੱਕ ਪੱਕਾ ਦਾਵਾ ਬਣ ਗਿਆ। ਤੇ ਹੀ ਇਜ਼ ਅ ਲਾਇਨ ਕਹਿਣਾ ਕਿਤੇ ਜ਼ਿਆਦਾ ਦਮਦਾਰ ਲੱਗਦਾ ਹੈ। ਇਹੀ ਮੈਟਾਫੋਰ ਦੀ ਖਾਸੀਅਤ ਹੈ। ਇਸ ਦੀ ਇੱਕ ਬਹੁਤ ਹੀ ਮਸ਼ਹੂਰ ਉਦਾਹਰਣ ਹੈ ਵਿਲੀਅਮ ਸ਼ੇਕਸਪੀਅਰ ਦੀ ਲਾਈਨ ਆਲ ਦ ਵਰਲਡਸ ਅ ਸਟੇਜ। ਹੁਣ ਧਿਆਨ ਦਿਓ, ਉਹ ਇਹ ਨਹੀਂ ਕਹਿ ਰਹੇ ਕਿ ਦੁਨੀਆ ਸਟੇਜ ਵਰਗੀ ਹੈ, ਨਹੀਂ, ਉਹ ਸਿੱਧਾ ਕਹਿ ਰਹੇ ਨੇ ਕਿ ਦੁਨੀਆ ਸਟੇਜ ਹੀ ਹੈ। ਦੇਖੋ ਕਿੰਨੀ ਡੂੰਗੀ ਗੱਲ ਕਹਿ ਦਿੱਤੀ ਗਈ। ਇਹੀ ਤਾਂ ਮੈਟਾਫੋਰ ਦੀ ਤਾਕਤ ਹੈ। ਚਲੋ ਹੁਣ ਇੱਕ ਹੋਰ ਬੜੇ ਮਜ਼ੇਦਾਰ ਅਲੰਕਾਰ ਦੀ ਗੱਲ ਕਰੀਏ। ਇਹ ਹੈ ਮਾਨਵੀਕਰਨ, ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਪਰਸੋਨੀਫਿਕੇਸ਼ਨ। ਇਸ ਵਿੱਚ ਕੀ ਹੁੰਦਾ ਹੈ? ਲੇਖਕ ਨਾ ਬੇਜਾਨ ਚੀਜ਼ਾਂ ਨੂੰ ਵੀ ਇਨਸਾਨਾਂ ਵਾਲੇ ਗੁਣ ਦੇ ਦਿੰਦੇ ਨੇ। ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕਰਦੇ ਨੇ ਜਿਵੇਂ ਉਹ ਵੀ ਸਾਡੇ ਵਾਂਗ ਸੋਚ, ਮਹਿਸੂਸ ਜਾਂ ਕੰਮ ਕਰ ਸਕਦੀਆਂ ਹੋਣ। ਇਹ ਭਾਸ਼ਾ ਨੂੰ ਜੀਵੰਤ ਕਰਨ ਦਾ ਇੱਕ ਬਹੁਤ ਹੀ ਖੂਬਸੂਰਤ ਤਰੀਕਾ ਹੈ। ਉਦਾਹਰਣਾਂ ਦੇਖੋ, ਗੱਲ ਹੋਰ ਸਾਫ਼ ਹੋ ਜਾਵੇਗੀ। The wind whispered in my ear। ਹਵਾ ਮੇਰੇ ਕੰਨ ਵਿੱਚ ਫੁਸਫੁਸਾਈ। ਹੁਣ ਫੁਸਫੁਸਾਉਣਾ ਤਾਂ ਇਨਸਾਨਾਂ ਦਾ ਕੰਮ ਹੈ, ਹਵਾ ਦਾ ਨਹੀਂ। ਜਾਂ ਫਿਰ opportunity knocks at the door। ਮੌਕਾ ਦਰਵਾਜ਼ਾ ਖੜਕਾਉਂਦਾ ਹੈ। ਜਦੋਂ ਬੇਜਾਨ ਚੀਜ਼ਾਂ ਨੂੰ ਇਸ ਤਰ੍ਹਾਂ ਮਨੁੱਖੀ ਕਿਰਿਆਵਾਂ ਦਿੱਤੀਆਂ ਜਾਂਦੀਆਂ ਨੇ ਤਾਂ ਸਾਡਾ ਉਹਨਾਂ ਨਾਲ ਇੱਕ ਵੱਖਰਾ ਹੀ ਜੁੜਾਅ ਬਣ ਜਾਂਦਾ ਹੈ। ਅਗਲਾ ਹੈ ਅਨੁਪ੍ਰਾਸ, ਯਾਨੀ ਐਲਿਟਰੇਸ਼ਨ। ਇਸ ਦਾ ਸਿੱਧਾ ਸਬੰਧ ਹੈ ਸੰਗੀਤ ਨਾਲ, ਇੱਕ ਲੈਅ ਨਾਲ। ਜਦੋਂ ਕਿਸੇ ਲਾਈਨ ਵਿੱਚ ਇੱਕੋ ਜਿਹੀ ਵਿਅੰਜਨ ਧੁਨੀ ਯਾਨੀ ਕੌਨਸੋਨੈਂਟ ਸਾਊਂਡ ਬਾਰ-ਬਾਰ ਆਂਦੀ ਹੈ ਤਾਂ ਉਹ ਐਲਿਟਰੇਸ਼ਨ ਹੁੰਦੀ ਹੈ। ਹਾਂ, ਇੱਕ ਗੱਲ ਤੇ ਜ਼ੋਰ ਦੇਣਾ ਬਹੁਤ ਜ਼ਰੂਰੀ ਹੈ, ਇਹ ਧੁਨੀ ਦੀ ਗੱਲ ਹੈ, ਸਪੈਲਿੰਗ ਦੀ ਨਹੀਂ। ਜਿਵੇਂ ਉਹ ਮਸ਼ਹੂਰ ਜਿਹੀ ਲਾਈਨ ਹੈ ਸ਼ੀ ਸੈਲਸ ਸੀਸ਼ੈਲਸ, ਇਸ ਵਿੱਚ ਸ ਦੀ ਧੁਨੀ ਬਾਰ-ਬਾਰ ਆ ਰਹੀ ਹੈ।
ਤਾਂ ਫਿਰ ਅਲਿਟਰੇਸ਼ਨ ਦਾ ਅਸਲ ਰਾਜ਼ ਕੀ ਹੈ? ਇਹ ਸਿਰਫ ਸੁਣਨ ਨੂੰ ਚੰਗਾ ਲੱਗਣ ਲਈ ਨਹੀਂ ਹੈ, ਇਸ ਦੀ ਅਸਲੀ ਤਾਕਤ ਹੈ ਯਾਦ ਕਰਵਾਉਣ ਵਿੱਚ। ਜਦੋਂ ਸ਼ਬਦਾਂ ਵਿੱਚ ਇੱਕ ਲੈਅ ਬਣ ਜਾਂਦੀ ਹੈ ਨਾ, ਤਾਂ ਉਹ ਸਾਡੇ ਦਿਮਾਗ ਵਿੱਚ ਪੱਕੇ ਤੌਰ ਤੇ ਬੈਠ ਜਾਂਦੇ ਨੇ, ਉਹ ਯਾਦ ਰੱਖਣੇ ਸੌਖੇ ਹੋ ਜਾਂਦੇ ਨੇ। ਤੇ ਪਤਾ ਹੈ, ਇਹੀ ਕਾਰਨ ਹੈ ਕਿ ਦੁਨੀਆ ਦੇ ਵੱਡੇ-ਵੱਡੇ ਬ੍ਰਾਂਡਸ ਇਸ ਨੂੰ ਵਰਤਦੇ ਨੇ ਤਾਂ ਕਿ ਉਹਨਾਂ ਦੇ ਨਾਂ ਸਾਨੂੰ ਛੱਟ ਯਾਦ ਹੋ ਜਾਣ। ਸੋਚ ਕੇ ਦੇਖੋ, ਕੋਕੋ-ਕੋਲਾ, ਡੰਕਿਨ ਡੋਨਟਸ। ਇਹ ਇੱਕ ਤਰ੍ਹਾਂ ਦਾ ਆਹਾ ਮੂਮੈਂਟ ਹੈ ਜਦੋਂ ਪਤਾ ਲੱਗਦਾ ਹੈ ਕਿ ਗ੍ਰਾਮਰ ਤਾਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਹਰ ਪਾਸੇ ਹੈ। ਇਸ ਸੈਕਸ਼ਨ ਦਾ ਸਾਡਾ ਆਖਰੀ ਅਲੰਕਾਰ ਹੈ ਵਿਰੋਧਾਭਾਸ, ਯਾਨੀ ਆਕਸੀਮੋਰਨ। ਇਹ ਬਹੁਤ ਹੀ ਦਿਲਚਸਪ ਹੈ। ਇਸ ਵਿੱਚ ਦੋ ਬਿਲਕੁਲ ਉਲਟ ਮਤਲਬ ਵਾਲੇ ਸ਼ਬਦਾਂ ਨੂੰ ਜਾਣਬੁੱਝ ਕੇ ਇਕੱਠੇ ਰੱਖਿਆ ਜਾਂਦਾ ਹੈ। ਕਿਉਂ? ਤਾਂ ਕਿ ਇੱਕ ਇਹੋ ਜਿਹਾ ਅਸਰ ਪੈਦਾ ਹੋਵੇ ਜਿਹੜਾ ਸਾਨੂੰ ਇੱਕਦਮ ਰੁਕ ਕੇ ਸੋਚਣ ਤੇ ਮਜਬੂਰ ਕਰ ਦੇਵੇ। ਅਸੀਂ ਆਮ ਬੋਲਚਾਲ ਵਿੱਚ ਵੀ ਇਸ ਨੂੰ ਕਿੰਨਾ ਵਰਤਦੇ ਹਾਂ, ਜਿਵੇਂ ਨੇ ਓਪਨ ਸੀਕ੍ਰੇਟ। ਭਲਾ ਕੋਈ ਰਾਜ਼ ਖੁੱਲ੍ਹਾ ਕਿਵੇਂ ਹੋ ਸਕਦਾ, ਪਰ ਮਤਲਬ ਸਾਫ਼ ਹੈ। ਇੱਕ ਅਜਿਹਾ ਰਾਜ਼ ਜੋ ਹੁਣ ਸਾਰਿਆਂ ਨੂੰ ਪਤਾ ਹੈ। ਜਾਂ ਓਰੀਜਨਲ ਕਾਪੀ, ਇਹ ਕਿਵੇਂ ਹੋ ਸਕਦਾ ਹੈ? ਪਰ ਸਭ ਤੋਂ ਕਮਾਲ ਦੀ ਉਦਾਹਰਣ ਹੈ ਡੈਫਨਿੰਗ ਸਾਇਲੈਂਸ, ਕੰਨ ਪਾੜ ਦੇਣ ਵਾਲੀ ਚੁੱਪ। ਇਸ ਦਾ ਮਤਲਬ ਸਿਰਫ ਸ਼ਾਂਤੀ ਨਹੀਂ, ਬਲਕਿ ਇੱਕ ਅਜਿਹੀ ਚੁੱਪ ਜਿਹੜੀ ਇੰਨੀ ਭਾਰੀ ਹੋਵੇ ਕਿ ਉਹ ਖੁਦ ਇੱਕ ਸ਼ੋਰ ਵਾਂਗ ਮਹਿਸੂਸ ਹੋਵੇ। ਚਲੋ ਜੀ, ਹੁਣ ਵਧਦੇ ਹਾਂ ਦੂਜੇ ਰਾਜ਼ ਵੱਲ। ਇਹ ਵੀ ਬਹੁਤ ਅਹਿਮ ਹੈ। ਇਹ ਰਾਜ਼ ਸਪੈਲਿੰਗ ਦਾ ਨਹੀਂ, ਸਗੋਂ ਆਵਾਜ਼ ਦਾ ਹੈ, ਦੁਨੀਆ ਦਾ ਹੈ। ਆਪਾਂ ਸਮਝਾਂਗੇ ਏ, ਐਨ ਅਤੇ ਦ ਨੂੰ ਵਰਤਨ ਪਿੱਛੇ ਦਾ ਅਸਲ ਤਰਕ। ਇੱਥੇ ਇੱਕ ਗੱਲ ਦਿਮਾਗ ਵਿੱਚ ਬਿਠਾ ਲੈਣੀ ਹੈ, ਏ ਲੱਗੇਗਾ ਜਾਂ ਐਨ। ਇਹ ਫੈਸਲਾ ਸ਼ਬਦ ਦੀ ਸਪੈਲਿੰਗ ਤੇ ਨਹੀਂ, ਬਲਕਿ ਉਸ ਦੀ ਸ਼ੁਰੂਆਤੀ ਧੁਨੀ ਤੇ ਹੁੰਦਾ ਹੈ। ਸਾਰੀ ਖੇਡ ਆਵਾਜ਼ ਦੀ ਹੈ। ਜਿਵੇਂ ਯੂਨੀਵਰਸਿਟੀ ਸ਼ਬਦ ਨੂੰ ਦੇਖੋ, ਇਹ ਸ਼ੁਰੂ ਤਾਂ ਯੂ ਤੋਂ ਹੁੰਦਾ ਹੈ ਜੋ ਇੱਕ ਵੋਵਲ ਹੈ, ਪਰ ਇਸ ਦੀ ਆਵਾਜ਼ ਯ ਦੀ ਹੈ ਜੋ ਇੱਕ ਕੌਨਸੋਨੈਂਟ ਸਾਊਂਡ ਹੈ। ਇਸ ਲਈ ਅਸੀਂ ਏ ਯੂਨੀਵਰਸਿਟੀ ਕਹਿੰਦੇ ਹਾਂ, ਐਨ ਯੂਨੀਵਰਸਿਟੀ ਨਹੀਂ। ਇਸੇ ਤਰ੍ਹਾਂ ਆਰ ਸ਼ਬਦ ਐਚ ਤੋਂ ਸ਼ੁਰੂ ਹੁੰਦਾ ਹੈ ਜੋ ਇੱਕ ਕੌਨਸੋਨੈਂਟ ਹੈ, ਪਰ ਐਚ ਇੱਥੇ ਸਾਇਲੈਂਟ ਹੈ ਤੇ ਆਵਾਜ਼ ਆ ਦੀ ਆਂਦੀ ਹੈ ਜੋ ਇੱਕ ਵੋਵਲ ਸਾਊਂਡ ਹੈ। ਇਸ ਲਈ ਅਸੀਂ ਏ ਐਨ ਆਰ ਕਹਿੰਦੇ ਹਾਂ। ਅੱਛਾ, ਤੇ ਦ ਦੀ ਕੀ ਕਹਾਣੀ ਹੈ? ਇਸ ਦਾ ਤਰਕ ਬਹੁਤ ਸੌਖਾ ਹੈ। ਇਸ ਨੂੰ ਦੋ ਕਦਮਾਂ ਵਿੱਚ ਸਮਝੋ। ਕਦਮ 1, ਜਦੋਂ ਕਿਸੇ ਚੀਜ਼ ਦਾ ਜ਼ਿਕਰ ਪਹਿਲੀ ਵਾਰ ਕਰਦੇ ਹੋ ਤਾਂ ਉਹ ਆਮ ਹੁੰਦੀ ਹੈ, ਇਸ ਲਈ ਏ ਵਰਤੋ। ਜਿਵੇਂ ਆਈ ਸੌ ਅ ਬॉय, ਮੈਂ ਇੱਕ ਮੁੰਡਾ ਦੇਖਿਆ। ਕਦਮ 2, ਜਦੋਂ ਉਸੇ ਖਾਸ ਚੀਜ਼ ਬਾਰੇ ਦੁਬਾਰਾ ਗੱਲ ਕਰਨੀ ਹੋਵੇ ਤਾਂ ਦ ਵਰਤੋ। ਜਿਵੇਂ ਦ ਬॉय ਵਾਸ ਕ੍ਰਾਈਂਗ। ਹੁਣ ਅਸੀਂ ਕਿਸੇ ਵੀ ਮੁੰਡੇ ਦੀ ਗੱਲ ਨਹੀਂ ਕਰ ਰਹੇ, ਸਗੋਂ ਉਸੇ ਖਾਸ ਮੁੰਡੇ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਪਹਿਲਾਂ ਦੇਖਿਆ ਸੀ। ਤੇ ਹੁਣ ਵਾਰੀ ਹੈ ਇਨ੍ਹਾਂ ਨੋਟਸ ਦੇ ਆਖਰੀ ਪਰ ਸ਼ਾਇਦ ਸਭ ਤੋਂ ਜ਼ਰੂਰੀ ਰਾਜ਼ ਦੀ। ਇਹ ਰਾਜ਼ ਛੁਪਿਆ ਹੈ ਇੱਕ ਛੋਟੇ ਜਿਹੇ ਅੱਖਰ ਏ ਦੀ ਤਾਕਤ ਵਿੱਚ। ਚਲੋ ਅੱਜ ਲਿਟਲ ਤੇ ਫਿਊ ਦੇ ਵਿਚਕਾਰ ਦਾ ਉਹ ਬਾਰੀਕ ਪਰ ਬਹੁਤ ਵੱਡਾ ਫਰਕ ਸਮਝਦੇ ਹਾਂ। ਇਸ ਨਿਯਮ ਦੇ ਦੋ ਹਿੱਸੇ ਨੇ। ਪਹਿਲਾ ਕਦਮ ਬਹੁਤ ਸੌਖਾ ਹੈ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਹੜਾ ਸ਼ਬਦ ਕਿੱਥੇ ਵਰਤਣਾ ਹੈ। ਦੇਖੋ, ਲਿਟਲ ਅਤੇ ਅ ਲਿਟਲ ਵਰਤੇ ਜਾਂਦੇ ਨੇ ਅਨਕਾਊਂਟੇਬਲ ਨਾਊਨਸ ਨਾਲ, ਯਾਨੀ ਉਹ ਚੀਜ਼ਾਂ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ, ਜਿਵੇਂ ਪਾਣੀ, ਉਮੀਦ ਜਾਂ ਜਾਣਕਾਰੀ। ਦੂਜੇ ਪਾਸੇ ਫਿਊ ਅਤੇ ਅ ਫਿਊ ਵਰਤੇ ਜਾਂਦੇ ਨੇ ਕਾਊਂਟੇਬਲ ਨਾਊਨਸ ਨਾਲ, ਮਤਲਬ ਉਹ ਚੀਜ਼ਾਂ ਜਿਨ੍ਹਾਂ ਨੂੰ ਗਿਣਿਆ ਜਾ ਸਕਦਾ ਹੈ, ਜਿਵੇਂ ਦੋਸਤ, ਕਿਤਾਬਾਂ ਜਾਂ ਵਿਦਿਆਰਥੀ। ਹੁਣ ਆਉਂਦਾ ਹੈ ਦੂਜਾ ਕਦਮ, ਜਿੱਥੇ ਅਸਲ ਰਾਜ਼ ਛੁਪਿਆ ਹੈ। ਇਹ ਮਤਲਬ ਦਾ ਫਰਕ ਹੈ। ਜੇਕਰ ਇਹ ਨਹੀਂ ਲੱਗਾ ਤਾਂ ਲਿਟਲ ਅਤੇ ਫਿਊ ਦਾ ਮਤਲਬ ਹਮੇਸ਼ਾ ਨਕਾਰਾਤਮਕ ਹੁੰਦਾ ਹੈ, ਯਾਨੀ ਨਾ ਦੇ ਬਰਾਬਰ। ਪਰ ਜਿਸ ਪਰ ਇਹਨਾਂ ਦੇ ਅੱਗੇ ਇਹ ਲੱਗ ਜਾਂਦਾ ਹੈ, ਅ ਲਿਟਲ ਅਤੇ ਅ ਫਿਊ ਦਾ ਮਤਲਬ ਇੱਕਦਮ ਸਕਾਰਾਤਮਕ ਹੋ ਜਾਂਦਾ ਹੈ, ਯਾਨੀ ਥੋੜਾ ਬਹੁਤ ਜਾਂ ਕੁਝ ਮਾਤਰਾ ਵਿੱਚ। ਸਿਰਫ ਇੱਕ ਛੋਟਾ ਜਿਹਾ ਏ ਪੂਰੀ ਗੱਲ ਨੂੰ ਨੈਗੇਟਿਵ ਤੋਂ ਪੋਜ਼ਿਟਿਵ ਬਣਾ ਦਿੰਦਾ ਹੈ। ਇਸ ਉਦਾਹਰਣ ਨਾਲ ਇਹ ਗੱਲ ਬਿਲਕੁਲ ਸਾਫ਼ ਹੋ ਜਾਵੇਗੀ। ਦੇਖੋ, ਜੇ ਅਸੀਂ ਕਹਿੰਦੇ ਹਾਂ he has little information, ਤਾਂ ਇਸ ਦਾ ਮਤਲਬ ਹੈ ਕਿ ਉਸ ਕੋਲ ਨਾ ਦੇ ਬਰਾਬਰ ਜਾਣਕਾਰੀ ਹੈ। ਇਹ ਇੱਕ ਨੈਗੇਟਿਵ ਗੱਲ ਹੈ। ਪਰ ਜੇ ਅਸੀਂ ਕਹਿੰਦੇ ਹਾਂ he has a little information, ਤਾਂ ਮਤਲਬ ਹੈ ਕਿ ਉਸ ਕੋਲ ਕੁਝ ਜਾਣਕਾਰੀ ਹੈ ਜਿਸ ਨਾਲ ਸ਼ਾਇਦ ਕੰਮ ਚੱਲ ਸਕਦਾ ਹੈ। ਇਹ ਇੱਕ ਪੋਜ਼ਿਟਿਵ ਗੱਲ ਹੈ। ਦੇਖਿਆ, ਇੱਕ ਛੋਟੇ ਜਿਹੇ ਅੱਖਰ ਨੇ ਪੂਰੇ ਵਾਕ ਦੀ ਭਾਵਨਾ ਹੀ ਬਦਲ ਦਿੱਤੀ। ਤਾਂ ਜਦੋਂ ਆਪਾਂ ਹੁਣ ਇੰਨੇ ਸਾਰੇ ਤਰਕ ਸਮਝ ਹੀ ਲੈਨੇ, ਤਾਂ ਚਲੋ ਇੱਕ ਆਖਰੀ ਤਰਕ ਦੀ ਬੁਝਾਰਤ ਨਾਲ ਆਪਣੀ ਸਮਝ ਨੂੰ ਪਰਖਦੇ ਹਾਂ। ਇੱਕ ਵਾਰ ਛੇਤੀ ਨਾਲ ਸਾਰੀਆਂ ਗੱਲਾਂ ਨੂੰ ਦੁਹਰਾ ਲਈਏ। ਆਪਾਂ 3 ਮੁੱਖ ਰਾਜ਼ ਖੋਲੇ ਨੇ। ਪਹਿਲਾ, ਫਿਗਰਸ ਆਫ ਸਪੀਚ, ਯਾਨੀ ਅਲੰਕਾਰ, ਸਾਡੀ ਭਾਸ਼ਾ ਨੂੰ ਦਮਦਾਰ ਬਣਾਉਂਦੇ ਨੇ ਤੇ ਗੱਲਾਂ ਨੂੰ ਯਾਦ ਰੱਖਣ ਵਿੱਚ ਮਦਦ ਕਰਦੇ ਨੇ। ਦੂਜਾ, ਆਰਟੀਕਲਸ, ਯਾਨੀ ਏ, ਐਨ, ਦ ਦੀ ਵਰਤੋਂ ਸਪੈਲਿੰਗ ਤੇ ਨਹੀਂ, ਸਗੋਂ ਧੁਨੀ ਤੇ ਨਿਰਭਰ ਕਰਦੀ ਹੈ। ਤੇ ਤੀਜਾ, ਇੱਕ ਛੋਟਾ ਜਿਹਾ ਅ ਲਿਟਲ ਜਾਂ ਫਿਊ ਦਾ ਪੂਰਾ ਮਤਲਬ ਨੈਗੇਟਿਵ ਤੋਂ ਪੋਜ਼ਿਟਿਵ ਕਰ ਦਿੰਦਾ ਹੈ।
ਤਾਂ ਸਭ ਤੋਂ ਵੱਡਾ ਸਬਕ ਕੀ ਹੈ ਕਿ ਗ੍ਰਾਮਰ ਵਿੱਚ ਰੱਟਾ ਨਹੀਂ, ਤਰਕ ਹੀ ਅਸਲ ਕੁੰਜੀ ਹੈ। ਅਤੇ ਹੁਣ ਖਤਮ ਕਰਨ ਤੋਂ ਪਹਿਲਾਂ ਸੋਚਣ ਲਈ ਇੱਕ ਸਵਾਲ, ਜੇ ਲਿਖਿਆ ਹੋਵੇ ਅ ਨੰਬਰ ਆਫ ਸਟੂਡੈਂਟਸ ਤਾਂ ਅੱਗੇ ਏਜ਼ ਆਏਗਾ ਜਾਂ ਆਰ, ਤੇ ਜੇ ਲਿਖਿਆ ਹੋਵੇ ਦ ਨੰਬਰ ਆਫ ਸਟੂਡੈਂਟਸ ਤਾਂ ਫਿਰ ਕੀ ਆਏਗਾ? ਜ਼ਰਾ ਸੋਚਿਓ ਕਿ ਇੱਥੇ ਵੀ ਏ ਅਤੇ ਦ ਵਾਲਾ ਕੋਈ ਤਰਕ ਕੰਮ ਕਰ ਰਿਹਾ ਹੈ। ਇਸ ਦਾ ਜਵਾਬ ਵੀ ਤਰਕ ਵਿੱਚ ਹੀ ਛੁਪਿਆ ਹੈ। ਇਸ ਬਾਰੇ ਜ਼ਰੂਰ ਵਿਚਾਰ ਕਰਨਾ। ਅੰਗਰੇਜ਼ੀ ਗ੍ਰਾਮਰ ਇਹ ਨਾਂ ਸੁਣਦਿਆਂ ਹੀ ਕਈਆਂ ਦੇ ਮਨ 'ਚ ਨਾ ਬਸ ਨਿਯਮਾਂ ਦੀ ਇੱਕ ਲੰਬੀ ਚੌੜੀ ਲਿਸਟ ਆ ਜਾਂਦੀ ਹੈ ਨਾ? ਪਰ ਜੇ ਆਪਾਂ ਇਸ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖੀਏ, ਸੋਚੋ, ਇਹ ਸਿਰਫ ਨਿਯਮ ਨਹੀਂ ਬਲਕਿ ਇੱਕ ਜ਼ਿੰਦਾ, ਹਮੇਸ਼ਾ ਬਦਲਦੀ ਹੋਈ ਭਾਸ਼ਾ ਨੂੰ ਸਮਝਣ ਦਾ ਇੱਕ ਬਹੁਤ ਹੀ ਕਮਾਲ ਦਾ ਸਿਸਟਮ ਹੈ। ਚਲੋ ਫਿਰ ਅੱਜ ਆਪਾਂ ਇਸੇ ਸਿਸਟਮ ਦੇ ਕੁਝ ਰਾਜ਼ਾਂ ਤੋਂ ਪਰਦਾ ਚੁੱਕਦੇ ਹਾਂ। ਤਾਂ ਫਿਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜਿਹੜੀ ਭਾਸ਼ਾ ਹਰ ਪਲ ਬਦਲ ਰਹੀ ਹੈ, ਉਸ ਦੇ ਪੱਕੇ ਨਿਯਮ ਕਿਵੇਂ ਸਿੱਖੇ ਜਾ ਸਕਦੇ ਨੇ? ਇਹ ਤਾਂ ਉਹੀ ਗੱਲ ਹੋਈ ਨਾ ਜਿਵੇਂ ਕਿਸੇ ਵਗਦੇ ਦਰਿਆ 'ਚ ਪੱਥਰ ਰੱਖ ਕੇ ਰਸਤਾ ਬਣਾਉਣ ਦੀ ਕੋਸ਼ਿਸ਼ ਕਰਨਾ। ਸੋ ਅੱਜ ਆਪਾਂ ਇਸੇ ਗੱਲ ਨੂੰ ਸਮਝਣਾ ਹੈ ਕਿ ਗ੍ਰਾਮਰ ਦੇ ਇਹ ਪੱਕੇ ਨਿਯਮ ਅਤੇ ਭਾਸ਼ਾ ਦਾ ਇਹ ਜ਼ਿੰਦਾ ਵਹਾ, ਇਹਨਾਂ ਦੋਵਾਂ 'ਚ ਤਾਲਮੇਲ ਕਿਵੇਂ ਬਿਠਾਇਆ ਜਾਵੇ। ਦੇਖੋ, ਜਿਵੇਂ ਕੋਈ ਵੀ ਵੱਡੀ ਇਮਾਰਤ ਬਣਾਉਣ ਤੋਂ ਪਹਿਲਾਂ ਉਸ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ, ਬਿਲਕੁਲ ਉਸੇ ਤਰ੍ਹਾਂ ਭਾਸ਼ਾ ਦੀ ਇਮਾਰਤ ਦੀ ਨੀਂਹ ਹੁੰਦੀ ਹੈ ਵਾਕ, ਯਾਨੀ ਸੈਂਟੈਂਸ ਦਾ ਢਾਂਚਾ। ਤਾਂ ਚਲੋ ਆਪਣੀ ਗੱਲਬਾਤ ਦੀ ਸ਼ੁਰੂਆਤ ਇਸੇ ਨੀਂਹ ਤੋਂ ਕਰਦੇ ਹਾਂ। ਇਸ ਨੂੰ ਸਮਝਣ ਲਈ ਨਾ ਇੱਕ ਕੈਮਰੇ ਦੀ ਕਲਪਨਾ ਕਰੋ। ਸਭ ਤੋਂ ਪਹਿਲਾਂ ਆਉਂਦਾ ਹੈ ਕਰਤਰੀਵਾਚ, ਯਾਨੀ ਕਿ ਐਕਟਿਵ ਵੌਇਸ। ਐਕਟਿਵ ਵੌਇਸ ਵਿੱਚ ਤੁਹਾਡਾ ਕੈਮਰਾ ਸਿੱਧਾ ਕੰਮ ਕਰਨ ਵਾਲੇ ਤੇ ਫੋਕਸ ਹੁੰਦਾ ਹੈ, ਜਿਵੇਂ ਰਾਮ ਰਾਈਟਸ ਅ ਲੈਟਰ। ਇੱਥੇ ਸਾਰਾ ਧਿਆਨ, ਸਾਰਾ ਫੋਕਸ ਰਾਮ ਤੇ ਹੈ, ਉਹ ਇਸ ਕਹਾਣੀ ਦਾ ਹੀਰੋ ਹੈ। ਹੁਣ ਜਿਵੇਂ ਹੀ ਆਪਾਂ ਕਰਮਵਾਚ ਯਾਨੀ ਪੈਸਿਵ ਵੌਇਸ ਤੇ ਆਉਂਦੇ ਹਾਂ ਤਾਂ ਸਮਝੋ ਕੈਮਰੇ ਦਾ ਐਂਗਲ ਬਦਲ ਗਿਆ। ਹੁਣ ਫੋਕਸ ਕੰਮ ਕਰਨ ਵਾਲੇ ਤੇ ਨਹੀਂ ਬਲਕਿ ਖੁਦ ਕੰਮ ਤੇ ਹੈ। ਵਾਕ ਬਣ ਜਾਂਦਾ ਹੈ ਅ ਲੈਟਰ ਇਜ਼ ਰਿਟਨ ਬਾਈ ਰਾਮ। ਹੁਣ ਕਹਾਣੀ ਦਾ ਹੀਰੋ ਰਾਮ ਨਹੀਂ ਬਲਕਿ ਉਹ ਚਿੱਠੀ ਹੈ। ਅੱਛਾ, ਇੱਥੇ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਜੇ ਐਕਟਿਵ ਵੌਇਸ ਇੰਨਾ ਸਿੱਧਾ ਤੇ ਸਾਫ਼ ਹੈ ਤਾਂ ਫਿਰ ਪੈਸਿਵ ਵੌਇਸ ਦੀ ਲੋੜ ਹੀ ਕਿਉਂ ਪਈ? ਬਹੁਤ ਵਾਜਿਬ ਸਵਾਲ ਹੈ ਨਾ? ਦੇਖੋ, ਪੈਸਿਵ ਵੌਇਸ ਸਿਰਫ ਇੱਕ ਸਟਾਈਲ ਨਹੀਂ, ਇਹ ਇੱਕ ਬਹੁਤ ਕੰਮ ਦਾ ਸੰਦ ਹੈ। ਇਸ ਦੀ ਵਰਤੋਂ 3 ਖਾਸ ਹਾਲਾਤਾਂ 'ਚ ਹੁੰਦੀ ਹੈ। ਪਹਿਲਾ, ਜਦੋਂ ਸਾਨੂੰ ਪਤਾ ਹੀ ਨਾ ਹੋਵੇ ਕਿ ਕੰਮ ਕੀਤਾ ਕਿਸਨੇ ਹੈ, ਜਿਵੇਂ ਮਾਈ ਵਾਲਟ ਵਾਸ ਸਟੋਲਨ। ਹੁਣ ਚੋਰ ਕੌਣ ਹੈ ਇਹ ਤਾਂ ਪਤਾ ਨਹੀਂ, ਇਸ ਲਈ ਸਾਰਾ ਧਿਆਨ ਪਰਸ ਤੇ ਹੈ। ਦੂਜਾ, ਜਦੋਂ ਆਪਾਂ ਬਿਲਕੁਲ ਨਿਰਪੱਖ ਹੋ ਕੇ ਗੱਲ ਕਰਨੀ ਹੋਵੇ, ਖਾਸ ਕਰਕੇ ਵਿਗਿਆਨ ਵਿੱਚ, ਦ ਸੋਲਿਊਸ਼ਨ ਵਾਸ ਹੀਟਡ, ਕਿਸਨੇ ਗਰਮ ਕੀਤਾ ਇਹ ਮਾਇਨੇ ਹੀ ਨਹੀਂ ਰੱਖਦਾ। ਤੇ ਤੀਜਾ, ਜਦੋਂ ਘਟਨਾ ਕੰਮ ਕਰਨ ਵਾਲੇ ਤੋਂ ਵੱਧ ਜ਼ਰੂਰੀ ਹੋਵੇ, ਜਿਵੇਂ ਖਬਰਾਂ ਦੀਆਂ ਸੁਰਖੀਆਂ 'ਚ 3 ਟੈਰਰਿਸਟਸ ਵਰ ਕਿਲਡ। ਇੱਥੇ ਘਟਨਾ ਆਪਣੇ ਆਪ 'ਚ ਵੱਡੀ ਖਬਰ ਹੈ। ਤੇ ਹਾਂ, ਸੀਟੈਟ ਵਰਗੇ ਇਮਤਿਹਾਨਾਂ ਵਿੱਚ ਬਿਲਕੁਲ ਇਹੋ ਜਿਹੇ ਹਾਲਾਤ ਦੇ ਕੇ ਪੁੱਛਿਆ ਜਾਂਦਾ ਹੈ ਕਿ ਕਿੱਥੇ ਕਿਹੜਾ ਵੌਇਸ ਵਰਤਣਾ ਸਹੀ ਹੈ। ਚਲੋ, ਵਾਕ ਦੇ ਅੰਦਰ ਫੋਕਸ ਕਿਵੇਂ ਬਦਲਣਾ ਹੈ ਇਹ ਤਾਂ ਆਪਾਂ ਸਿੱਖ ਲਿਆ। ਹੁਣ ਇੱਕ ਕਦਮ ਹੋਰ ਅੱਗੇ ਵਧਦੇ ਹਾਂ। ਹੁਣ ਸਿੱਖਦੇ ਹਾਂ ਕਿ ਜੇ ਕਿਸੇ ਹੋਰ ਦੀ ਕਈ ਗੱਲ ਨੂੰ ਦੱਸਣਾ ਹੋਵੇ ਤਾਂ ਕਿਵੇਂ ਦੱਸੀਏ। ਇੱਥੇ ਗੱਲ ਆਉਂਦੀ ਹੈ ਪ੍ਰਤੱਖ ਅਤੇ ਅਪ੍ਰਤੱਖ ਕਥਨ ਦੀ, ਯਾਨੀ ਕਿ ਡਾਇਰੈਕਟ ਐਂਡ ਇਨਡਾਇਰੈਕਟ ਸਪੀਚ ਦੀ। ਇਸ ਨੂੰ ਅਸੀਂ ਨਰੇਸ਼ਨ ਵੀ ਕਹਿੰਦੇ ਹਾਂ। ਜਿਵੇਂ ਨਾਂ ਤੋਂ ਹੀ ਪਤਾ ਲੱਗਦਾ ਹੈ, ਬਹੁਤ ਸਿੱਧੀ ਤੇ ਸਪਸ਼ਟ ਹੁੰਦੀ ਹੈ। ਸਮਝੋ ਕਿ ਤੁਸੀਂ ਕਿਸੇ ਦੀ ਗੱਲ ਨੂੰ ਬਿਲਕੁਲ ਉਸੇ ਤਰ੍ਹਾਂ ਰਿਕਾਰਡ ਕਰਕੇ ਸੁਣਾ ਰਹੇ ਹੋ, ਇੱਕ ਵੀ ਸ਼ਬਦ ਬਦਲੇ ਬਿਨਾ। ਇਸ ਲਈ ਇਸ ਨੂੰ ਹਮੇਸ਼ਾ ਇਨਵਰਟਿਡ ਕੌਮਾਸ ਦੇ ਵਿੱਚ ਰੱਖਿਆ ਜਾਂਦਾ ਹੈ, ਜਿਵੇਂ ਹੀ ਸੈਡ ਆਈ ਐਮ ਬਿਜ਼ੀ। ਹੁਣ ਆਉਂਦੀ ਹੈ ਅਸਲੀ ਮਜ਼ੇਦਾਰ ਗੱਲ। ਇਨਡਾਇਰੈਕਟ ਸਪੀਚ ਦੇ ਸੈਂਕੜੇ ਨਿਯਮ ਯਾਦ ਕਰਨ ਦੀ ਬਜਾਏ ਸਿਰਫ ਇੱਕ ਚੀਜ਼ ਸਮਝ ਲਓ, ਟਾਈਮ ਸ਼ਿਫਟ। ਹਾਂ, ਸਮੇਂ ਦਾ ਬਦਲਾਓ। ਬਸ ਇੱਕ ਕਲਪਨਾ ਕਰੋ ਕਿ ਤੁਸੀਂ ਕਿਸੇ ਦੀ ਕਹੀ ਹੋਈ ਗੱਲ ਨੂੰ ਕੁਝ ਸਮੇਂ ਬਾਅਦ ਦੱਸ ਰਹੇ ਹੋ। ਤੁਸੀਂ ਇੱਕ ਤਰ੍ਹਾਂ ਨਾਲ ਸਮੇਂ 'ਚ ਥੋੜਾ ਪਿੱਛੇ ਚਲੇ ਗਏ ਹੋ, ਤੇ ਜਦੋਂ ਤੁਸੀਂ ਅਤੀਤ ਤੋਂ ਕੋਈ ਗੱਲ ਦੱਸਦੇ ਹੋ ਤਾਂ ਹਰ ਚੀਜ਼ ਆਪਣੇ ਆਪ ਥੋੜੀ ਪਿੱਛੇ ਚਲੀ ਜਾਂਦੀ ਹੈ। ਬਸ ਇਹੀ ਹੈ ਇਨਡਾਇਰੈਕਟ ਸਪੀਚ ਦਾ ਪੂਰਾ ਸਿਧਾਂਤ। ਇਸ ਟਾਈਮ ਸ਼ਿਫਟ ਕਰਕੇ ਨਾ 3 ਮੁੱਖ ਬਦਲਾਅ ਆਉਂਦੇ ਨੇ। ਧਿਆਨ ਨਾਲ ਦੇਖਣਾ। ਪਹਿਲਾ, ਟੈਂਸ ਬਦਲਦਾ ਹੈ ਕਿਉਂਕਿ ਗੱਲ ਹੁਣ ਪੁਰਾਣੀ ਹੋ ਗਈ, ਇਸ ਲਈ ਪ੍ਰੈਜ਼ੈਂਟ ਟੈਂਸ ਇੱਕ ਕਦਮ ਪਿੱਛੇ ਜਾ ਕੇ ਪਾਸਟ ਟੈਂਸ ਬਣ ਜਾਂਦਾ ਹੈ। ਐਮ ਦਾ ਵਾਜ਼ ਹੋ ਗਿਆ। ਦੂਜਾ, ਪ੍ਰੋਨਾਊਨ ਬਦਲਦਾ ਹੈ। ਜਦੋਂ ਉਸਨੇ ਕਿਹਾ ਸੀ ਤਾਂ ਉਹ ਮੈਂ ਸੀ, ਹੁਣ ਆਪਾਂ ਦੱਸ ਰਹੇ ਹਾਂ ਤਾਂ ਉਹ ਬਣ ਗਿਆ, ਇਸ ਲਈ ਆਈ ਦਾ ਹੀ ਜਾਂ ਸ਼ੀ ਹੋ ਜਾਂਦਾ ਹੈ। ਤੇ ਤੀਜਾ, ਸਮਾਂ ਦੱਸਣ ਵਾਲੇ ਸ਼ਬਦ ਹੁਣ ਬਣ ਜਾਂਦਾ ਹੈ ਉਦੋਂ, ਅੱਜ ਬਣ ਜਾਂਦਾ ਹੈ ਉਸ ਦਿਨ। ਜੇ ਤਿੰਨੇ ਗੱਲਾਂ ਇਸ ਟਾਈਮ ਸ਼ਿਫਟ ਦੇ ਤਰਕ ਨਾਲ ਸਮਝ ਲੀਆਂ ਤਾਂ ਸਮਝੋ ਨਿਯਮ ਰੱਟਣ ਦੀ ਲੋੜ ਹੀ ਨਹੀਂ ਪੈਣੀ। ਠੀਕ ਹੈ, ਤਾਂ ਵਾਕਾਂ ਦਾ ਢਾਂਚਾ ਤਾਂ ਆਪਾਂ ਸਮਝ ਲਿਆ, ਪਰ ਖਾਲੀ ਢਾਂਚੇ ਨਾਲ ਤਾਂ ਗੱਲ ਨਹੀਂ ਬਣਦੀ। ਉਸ ਇਮਾਰਤ ਨੂੰ ਸਜਾਉਣ ਲਈ ਸਹੀ ਸ਼ਬਦ ਵੀ ਤਾਂ ਚਾਹੀਦੇ ਨੇ, ਯਾਨੀ ਕਿ ਵੋਕੈਬਲਰੀ। ਤੇ ਇਮਤਿਹਾਨਾਂ ਵਿੱਚ ਉਹ ਸਿਰਫ ਸ਼ਬਦਾਂ ਦੇ ਅਰਥ ਨਹੀਂ ਪੁੱਛਦੇ, ਉਹ ਦੇਖਦੇ ਨੇ ਕਿ ਕੀ ਤੁਸੀਂ ਸ਼ਬਦ ਨੂੰ ਉਸਦੇ ਮਾਹੌਲ, ਉਸਦੇ ਸੰਦਰਭ ਯਾਨੀ ਕੰਟੈਕਸਟ ਵਿੱਚ ਸਮਝਦੇ ਹੋ ਜਾਂ ਨਹੀਂ। ਯਾਦ ਰੱਖਣਾ, ਕਿਸੇ ਵੀ ਸ਼ਬਦ ਦਾ ਅਸਲੀ ਮਤਲਬ ਉਸਦੇ ਆਲੇ-ਦੁਆਲੇ ਦੇ ਸ਼ਬਦਾਂ ਛੁਪਿਆ ਹੁੰਦਾ ਹੈ। ਚਲੋ, ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ।
ਫਰਜ਼ ਕਰੋ ਇਮਤਿਹਾਨ 'ਚ ਇੱਕ ਵਾਕ ਆਉਂਦਾ ਹੈ, "The crowd was jubilant after the historic victory" ਤੇ ਮੰਨ ਲਓ ਸਾਨੂੰ jubilant ਸ਼ਬਦ ਦਾ ਮਤਲਬ ਬਿਲਕੁਲ ਨਹੀਂ ਪਤਾ। ਤਾਂ ਹੁਣ ਕੀ ਕਰੀਏ? ਘਬਰਾਉਣ ਦੀ ਲੋੜ ਨਹੀਂ, ਜਵਾਬ ਉਸੇ ਵਾਕ ਦੇ ਅੰਦਰ ਹੀ ਹੈ। ਬਸ ਇੱਕ ਜਾਸੂਸ ਵਾਂਗ ਸੁਰਾਗ ਲੱਭਣੇ ਪੈਣਗੇ। ਥੋੜੀ ਦੇਰ ਲਈ jubilant ਨੂੰ ਭੁੱਲ ਜਾਓ। ਵਾਕ ਵਿੱਚ ਸਭ ਤੋਂ ਵੱਡਾ ਸੁਰਾਗ ਕਿਹੜਾ ਹੈ? ਉਹ ਹੈ ਸ਼ਬਦ ਵਿਕਟਰੀ, ਯਾਨੀ ਕਿ ਜਿੱਤ। ਹੁਣ ਬਸ ਇੰਨਾ ਸੋਚੋ ਕਿ ਜਦੋਂ ਕੋਈ ਜਿੱਤਦਾ ਹੈ ਤਾਂ ਮਾਹੌਲ ਕਿਹੋ ਜਿਹਾ ਹੁੰਦਾ ਹੈ? ਉਦਾਸੀ ਵਾਲਾ? ਨਹੀਂ, ਖੁਸ਼ੀ ਵਾਲਾ, ਜਸ਼ਨ ਵਾਲਾ। ਇੱਕ ਬਹੁਤ ਹੀ ਪੋਜ਼ਿਟਿਵ ਮਾਹੌਲ ਹੁੰਦਾ ਹੈ। ਇਸ ਦਾ ਮਤਲਬ jubilant ਦਾ ਅਰਥ ਵੀ ਪੋਜ਼ਿਟਿਵ ਹੀ ਹੋਵੇਗਾ। ਹੁਣ ਆਪਾਂ ਵਿਕਲਪਾਂ ਯਾਨੀ ਆਪਸ਼ਨਸ ਤੇ ਨਜ਼ਰ ਮਾਰਦੇ ਹਾਂ। A sad, B angry, C ecstatic ਤੇ D calm। ਪਹਿਲੇ ਦੋ sad ਤੇ angry ਤਾਂ ਸਿੱਧੇ ਨਕਾਰਾਤਮਕ ਨੇ, ਤਾਂ ਇਹ ਤਾਂ ਹੋ ਹੀ ਨਹੀਂ ਸਕਦੇ। ਹੁਣ ਬਚੇ ecstatic ਤੇ calm। calm ਦਾ ਮਤਲਬ ਹੈ ਸ਼ਾਂਤ। ਜਿੱਤ ਤੋਂ ਬਾਅਦ ਪੀੜ ਸ਼ਾਂਤ ਹੁੰਦੀ ਹੈ? ਨਹੀਂ, ਉਹ ਤਾਂ ਬਹੁਤ ਜ਼ਿਆਦਾ ਖੁਸ਼, ਬਹੁਤ ਉਤਸ਼ਾਹਿਤ ਹੁੰਦੀ ਹੈ। ਇਸ ਲਈ ਸਹੀ ਜਵਾਬ ਹੈ ecstatic। ਦੇਖਿਆ, ਬਿਨਾਂ ਸ਼ਬਦ ਦਾ ਅਰਥ ਜਾਣੇ ਆਪਾਂ ਸਿਰਫ ਸੰਦਰਭ ਦੀ ਮਦਦ ਨਾਲ ਸਹੀ ਜਵਾਬ ਤੱਕ ਪਹੁੰਚ ਗਏ। ਤਾਂ ਸੰਦਰਭ ਨੂੰ ਸਮਝਣਾ ਇੱਕ ਕਲਾ ਹੈ, ਇੱਕ ਸਕਿੱਲ ਹੈ। ਚਲੋ ਹੁਣ ਸ਼ਬਦਾਵਲੀ ਦੇ ਦੋ ਹੋਰ ਦਿਲਚਸਪ ਪਹਿਲੂਆਂ ਤੇ ਗੱਲ ਕਰਦੇ ਹਾਂ। ਪਹਿਲਾ, ਜਿੱਥੇ ਇੱਕ ਸ਼ਬਦ ਪੂਰੀ ਲਾਈਨ ਦੀ ਥਾਂ ਲੈ ਲੈਂਦਾ ਹੈ, ਤੇ ਦੂਜਾ, ਜਿੱਥੇ ਇੱਕ ਛੋਟਾ ਜਿਹਾ ਸ਼ਬਦ ਜੁੜ ਕੇ ਪੂਰਾ ਮਤਲਬ ਹੀ ਬਦਲ ਦਿੰਦਾ ਹੈ। ਇਸ ਨੂੰ ਕਹਿੰਦੇ ਨੇ ਵਨ ਵਰਡ ਸਬਸਟੀਟਿਊਸ਼ਨ। ਇਸ ਦਾ ਮਤਲਬ ਹੈ ਕਈ ਸ਼ਬਦਾਂ ਦੀ ਗੱਲ ਨੂੰ ਇੱਕ ਸ਼ਬਦ ਵਿੱਚ ਕਹਿ ਦੇਣਾ। ਇਸ ਨਾਲ ਭਾਸ਼ਾ ਬਹੁਤ ਸੰਖੇਪ ਅਤੇ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਜਿਵੇਂ ਇੱਕ ਅਜਿਹਾ ਵਿਅਕਤੀ ਜੋ ਹਮੇਸ਼ਾ ਚੀਜ਼ਾਂ ਦਾ ਚੰਗਾ ਪੱਖ ਦੇਖਦਾ ਹੈ। ਇਹਨਾਂ ਲੰਬਾ ਕਹਿਣ ਦੀ ਬਜਾਏ ਆਪਾਂ ਸਿਰਫ ਕਹਿ ਸਕਦੇ ਹਾਂ ਆਪਟਿਮਿਸਟ। ਤੇ ਇਹਨਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਗਰੁੱਪ ਬਣਾ ਕੇ ਸਿੱਖੋ। ਜਿਵੇਂ IST ਤੇ ਖਤਮ ਹੋਣ ਵਾਲੇ ਸਾਰੇ ਸ਼ਬਦ ਇਕੱਠੇ, ਜਾਂ ਫੋਬੀਆ ਵਾਲੇ ਸਾਰੇ ਡਰ ਇਕੱਠੇ। ਅੱਛਾ, ਹੁਣ ਆਉਂਦੇ ਆ ਉਸ ਵਿਸ਼ੇ ਤੇ ਜਿਸ ਤੋਂ ਅਕਸਰ ਸਾਰੇ ਬਹੁਤ ਡਰਦੇ ਨੇ, ਵਾਕਾਂਸ਼ੀ ਕ੍ਰਿਆਵਾਂ ਯਾਨੀ ਕਿ ਫਰੇਜ਼ਲ ਵਰਬਸ। ਇਹ ਥੋੜੇ ਜਿਹੇ ਧੋਖੇਬਾਜ਼ ਹੁੰਦੇ ਨੇ। ਤੁਸੀਂ ਇੱਕ ਵਰਬ ਲੈਂਦੇ ਹੋ ਜਿਸ ਦਾ ਮਤਲਬ ਤੁਹਾਨੂੰ ਪਤਾ ਹੁੰਦਾ ਹੈ, ਉਸ ਨਾਲ ਇੱਕ ਪ੍ਰੈਪੋਜੀਸ਼ਨ ਜੋੜਦੇ ਹੋ ਤੇ ਅਚਾਨਕ ਇੱਕ ਬਿਲਕੁਲ ਹੀ ਨਵਾਂ ਮਤਲਬ ਬਣ ਜਾਂਦਾ ਹੈ। ਇਹਨਾਂ ਨੂੰ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਲੁੱਕ ਤੇ ਫੋਰ ਨੂੰ ਵੱਖ-ਵੱਖ ਨਾ ਸਮਝੋ। ਲੁੱਕ ਫੋਰ ਨੂੰ ਇੱਕ ਨਵਾਂ ਸ਼ਬਦ ਮੰਨੋ ਜਿਸ ਦਾ ਮਤਲਬ ਹੈ ਲੱਭਣਾ। ਉਸੇ ਤਰ੍ਹਾਂ ਲੁੱਕ ਆਫਟਰ ਇੱਕ ਹੋਰ ਨਵਾਂ ਸ਼ਬਦ ਹੈ ਜਿਸ ਦਾ ਮਤਲਬ ਹੈ ਦੇਖਭਾਲ ਕਰਨਾ, ਤੇ ਲੁੱਕ ਇਨਟੂ ਦਾ ਮਤਲਬ ਹੈ ਜਾਂਚ ਕਰਨਾ। ਯਾਨੀ ਇੱਕ ਵਰਬ ਫੜੋ ਤੇ ਉਸ ਨਾਲ ਜੁੜਨ ਵਾਲੇ ਸਾਰੇ ਫਰੇਜ਼ਲ ਵਰਬਸ ਨੂੰ ਇਕੱਠੇ ਇੱਕ ਗਰੁੱਪ ਵਿੱਚ ਸਿੱਖੋ। ਯਹੀ ਸਭ ਤੋਂ ਕਾਰਗਰ ਤਰੀਕਾ ਹੈ। ਚਲੋ ਜੀ, ਹੁਣ ਆਪਣੇ ਆਖਰੀ ਵਿਸ਼ੇ ਤੇ ਚੱਲਦੇ ਹਾਂ, ਕੁਐਸਚਨ ਟੈਗਸ। ਇਹ ਅੰਗਰੇਜ਼ੀ ਬੋਲਚਾਲ ਦਾ ਇੱਕ ਬਹੁਤ ਹੀ ਆਮ ਅਤੇ ਮਜ਼ੇਦਾਰ ਹਿੱਸਾ ਨੇ। ਇਹ ਉਹ ਛੋਟੇ-ਛੋਟੇ ਸਵਾਲ ਨੇ ਜੋ ਆਪਾਂ ਵਾਕ ਦੇ ਅਖੀਰ 'ਚ ਲਗਾਉਂਦੇ ਹਾਂ, ਬਸ ਇਹ ਪੱਕਾ ਕਰਨ ਲਈ ਕਿ ਸਾਹਮਣੇ ਵਾਲਾ ਸਾਡੀ ਗੱਲ ਨਾਲ ਸਹਿਮਤ ਹੈ। ਬਿਲਕੁਲ ਉਵੇਂ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਹੈ ਨਾ? ਇਸ ਦਾ ਨਿਯਮ ਬਹੁਤ ਹੀ ਸੌਖਾ ਹੈ। ਹਮੇਸ਼ਾ ਉਲਟ ਚੱਲਣਾ ਹੈ। ਜੇ ਤੁਹਾਡਾ ਵਾਕ ਪੋਜ਼ਿਟਿਵ ਹੈ ਤਾਂ ਕੁਐਸਚਨ ਟੈਗ ਨੈਗੇਟਿਵ ਹੋਵੇਗਾ। ਜਿਵੇਂ ਯੂ ਆਰ ਹੈਪੀ, ਇਹ ਪੋਜ਼ਿਟਿਵ ਹੈ ਤਾਂ ਟੈਗ ਹੋਵੇਗਾ ਆਰਨਟ ਯੂ, ਯਾਨੀ ਨੈਗੇਟਿਵ। ਤੇ ਜੇ ਵਾਕ ਨੈਗੇਟਿਵ ਹੈ, ਜਿਵੇਂ ਯੂ ਆਰ ਨਾਟ ਹੈਪੀ, ਤਾਂ ਟੈਗ ਪੋਜ਼ਿਟਿਵ ਹੋਵੇਗਾ ਆਰ ਯੂ। ਬਸ ਇੱਕ ਪੋਜ਼ਿਟਿਵ, ਦੂਸਰਾ ਨੈਗੇਟਿਵ। ਸੌਖਾ ਲੱਗ ਰਿਹਾ ਨਾ? ਪਰ ਰੁਕੋ, ਇੱਥੇ ਹੀ ਤਾਂ ਇਮਤਿਹਾਨ ਵਾਲੇ ਇੱਕ ਜਾਲ ਵਿਛਾਉਂਦੇ ਨੇ। ਅੱਛਾ, ਇਸ ਨਿਯਮ ਦੇ ਹਿਸਾਬ ਨਾਲ ਜੇ ਵਾਕ ਹੋਵੇ I am right, ਤਾਂ ਇਸ ਦਾ ਕੁਐਸਚਨ ਟੈਗ ਕੀ ਹੋਣਾ ਚਾਹੀਦਾ? ਸੋਚੋ, ਐਮੰਟ ਆਈ? ਇਹੀ ਲੱਗਦਾ ਹੈ ਨਾ? ਪਰ ਇਹ ਜਵਾਬ ਬਿਲਕੁਲ ਗਲਤ ਹੈ। ਯਾਦ ਰੱਖਿਓ, ਐਮੰਟ ਆਈ ਸਟੈਂਡਰਡ ਅੰਗਰੇਜ਼ੀ ਵਿੱਚ ਹੁੰਦਾ ਹੀ ਨਹੀਂ। ਇਹ ਇੱਕ ਕਲਾਸਿਕ ਇਮਤਿਹਾਨੀ ਜਾਲ ਹੈ ਜਿੱਥੇ ਉਹ ਲੋਕ ਫਸ ਜਾਂਦੇ ਨੇ ਜੋ ਸਿਰਫ ਨਿਯਮ ਰੱਟਦੇ ਨੇ, ਉਸ ਦੀ ਅਸਲੀ ਵਰਤੋਂ ਨੂੰ ਨਹੀਂ ਸਮਝਦੇ। ਤਾਂ ਫਿਰ ਸਹੀ ਕੀ ਹੈ? ਇੱਥੇ ਇੱਕ ਅਪਵਾਦ ਹੈ, ਇੱਕ ਐਕਸੈਪਸ਼ਨ ਜਿਸ ਨੂੰ ਬਸ ਯਾਦ ਰੱਖਣਾ ਪੈਂਦਾ ਹੈ। ਸਹੀ ਟੈਗ ਹੈ ਐਰੰਟ ਆਈ। ਹਾਂ, ਵਾਕ ਹੈ I am right, ਐਰੰਟ ਆਈ। ਇਹ ਸੁਣਨ 'ਚ ਤਰਕਹੀਨ ਲੱਗ ਸਕਦਾ ਹੈ, ਪਰ ਭਾਸ਼ਾ ਹਮੇਸ਼ਾ ਨਿਯਮਾਂ ਨਾਲ ਨਹੀਂ, ਵਰਤੋਂ ਨਾਲ ਚੱਲਦੀ ਹੈ। ਤੇ ਇਮਤਿਹਾਨ ਲੈਣ ਵਾਲਿਆਂ ਦੀ ਇਹ ਸਭ ਤੋਂ ਪਸੰਦੀਦਾ ਜਗ੍ਹਾ ਹੁੰਦੀ ਹੈ ਜਿੱਥੇ ਨਿਯਮ ਟੁੱਟਦਾ ਹੈ। ਤਾਂ ਚਲੋ ਇੱਕ ਵਾਰੀ ਝਾਤ ਮਾਰੀਏ ਕਿ ਅੱਜ ਆਪਾਂ ਕੀ ਸਿੱਖਿਆ। ਪਹਿਲਾਂ ਆਪਾਂ ਦੇਖਿਆ ਕਿ ਗ੍ਰਾਮਰ ਸਿਰਫ ਨਿਯਮ ਨਹੀਂ, ਬਲਕਿ ਗੱਲ ਕਹਿਣ ਦੇ ਵੱਖ-ਵੱਖ ਤਰੀਕੇ ਨੇ। ਐਕਟਿਵ ਤੇ ਪੈਸਿਵ ਵੌਇਸ ਨਾਲ ਫੋਕਸ ਨੂੰ ਬਦਲਣਾ ਸਿੱਖਿਆ। ਇਨਡਾਇਰੈਕਟ ਸਪੀਚ ਲਈ ਟਾਈਮ ਸ਼ਿਫਟ ਦਾ ਸੌਖਾ ਤਰਕ ਸਮਝਿਆ। ਸ਼ਬਦਾਵਲੀ ਲਈ ਸਭ ਤੋਂ ਜ਼ਰੂਰੀ ਚੀਜ਼ ਸੰਦਰਭ ਨੂੰ ਪਛਾਣਿਆ। ਤੇ ਅਖੀਰ ਵਿੱਚ ਐਰੰਟ ਆਈ ਵਾਲੇ ਜਾਲ ਤੋਂ ਬਚਣਾ ਸਿੱਖਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਕਈ ਵਾਰੀ ਨਿਯਮਾਂ ਤੋਂ ਵੱਧ ਜ਼ਰੂਰੀ ਵਰਤੋਂ ਹੁੰਦੀ ਹੈ। ਅੱਜ ਆਪਾਂ ਦੇਖਿਆ ਕਿ ਕਿਵੇਂ ਨਿਯਮ ਭਾਸ਼ਾ ਨੂੰ ਇੱਕ ਢਾਂਚਾ ਦਿੰਦੇ ਨੇ, ਪਰ ਭਾਸ਼ਾ ਤਾਂ ਇੱਕ ਵਗਦੇ ਦਰਿਆ ਵਾਂਗ ਹੈ, ਹਮੇਸ਼ਾ ਬਦਲਦੀ ਰਹਿੰਦੀ ਹੈ। ਤਾਂ ਜਾਂਦੇ-ਜਾਂਦੇ ਇੱਕ ਸਵਾਲ ਤੁਹਾਡੇ ਸਭ ਲਈ ਛੱਡ ਕੇ ਜਾ ਰਹੇ ਹਾਂ।
ਜਿਹੜੀ ਭਾਸ਼ਾ ਅੱਜ ਸੋਸ਼ਲ ਮੀਡੀਆ ਤੇ ਵਰਤੀ ਜਾ ਰਹੀ ਹੈ, ਜਿਹੜੀ ਅਕਸਰ ਵਿਆਕਰਣ ਦੇ ਨਿਯਮਾਂ ਨੂੰ ਤੋੜਦੀ ਹੈ, ਕੀ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹੀ ਸਾਡੇ ਵਿਆਕਰਣ ਦੇ ਨਵੇਂ ਨਿਯਮ ਬਣ ਜਾਣ? ਇਸ ਬਾਰੇ ਜ਼ਰੂਰ ਸੋਚਿਓ।